ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਆਪਾਂ ਤੁਹਾਡੇ ਪਾਠ ਪੁਸਤਕ ਸਾਹਿਤਕ ਰੰਗ ਦੀ ਤੀਸਰੀ ਕਹਾਣੀ ਦੁਸ਼ਮਣੀ ਦੇ ਪਾਠ ਤੋਂ ਅੱਗੇ ਵਾਲੇ ਪ੍ਰਸ਼ਨ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਉਪਰੋਕਤ ਕਹਾਣੀ ਪੜ੍ਹ ਕੇ ਤੁਹਾਡੇ ਮਨ ਵਿੱਚ ਕਿਹੋ ਜਿਹੇ ਵਿਚਾਰ ਪੈਦਾ ਹੁੰਦੇ ਹਨ, ਵਿਸਤਾਰ ਸਹਿਤ ਲਿਖੋ। ਉਪਰੋਕਤ ਮਤਲਬ ਦਿੱਤੀ ਗਈ ਕਹਾਣੀ ਨੂੰ ਪੜ੍ਹ ਕੇ ਤੁਹਾਡੇ ਮਨ ਵਿੱਚ ਕਿਹੋ ਜਿਹੇ ਵਿਚਾਰ ਆਉਂਦੇ ਹੈ, ਇਹ ਦੱਸਣਾ ਹੈ। ਇਹ ਤੁਸੀਂ ਆਪਣੇ ਵਿਚਾਰ ਵੀ ਦੇ ਸਕਦੇ ਹੋ, ਕੁਛ ਇਸ ਤਰ੍ਹਾਂ ਦੇ ਪੁਆਇੰਟਸ ਵੀ ਲਿਖ ਸਕਦੇ ਹੋ। ਜਿਹੜੀ ਕਹਾਣੀ ਹੈ ਕੁਦਰਤ ਨੂੰ ਸਮਰਪਿਤ ਹੈ। ਇਸ ਵਿੱਚ ਦੋ ਪਰਿਵਾਰਾਂ ਦੇ ਸਾਂਝੇ ਯਤਨਾਂ ਨਾਲ ਦਿੱਲੀ ਵਰਗੇ ਮਹਾਂਨਗਰੀ ਜੀਵਨ ਵਿੱਚ ਪੌਦਿਆਂ ਦੀ ਮਹੱਤਤਾ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਕਹਾਣੀ ਪੜ੍ਹ ਕੇ ਸਾਨੂੰ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵੀ ਆਪਣੇ ਆਲੇ ਦੁਆਲੇ ਰੁੱਖ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਦੂਜੇ ਪਾਸੇ ਕਹਾਣੀ ਪੜ੍ਹ ਕੇ ਇਹ ਵੀ ਮਹਿਸੂਸ ਹੋਇਆ ਕਿ ਛੋਟੀ ਜਿਹੀ ਗੱਲ ਪਿੱਛੇ ਬਹੁਤ ਦੇਰ ਦੀ ਬਣੀ ਹੋਈ ਸਾਂਝ ਨੂੰ ਤੋੜਨਾ ਨਹੀਂ ਚਾਹੀਦਾ। ਸਾਹਮਣੇ ਵਾਲੇ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ। ਆਪਣੇ ਹੰਕਾਰ ਨੂੰ ਛੱਡ ਕੇ ਦੂਜੇ ਦੇ ਅਹਿਸਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਆਪਸ ਵਿੱਚ ਜਿਹੜੇ ਅੜੋਸੀ ਪੜੋਸੀ ਹੈ, ਆਂਢੀ ਗੁਆਂਢੀ ਹੈ, ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਦੂਸਰਾ ਪ੍ਰਸ਼ਨ ਹੈ, ਕੀ ਤੁਸੀਂ ਕਦੇ ਫੁੱਲ ਬੂਟੇ ਲਗਾਏ ਹਨ? ਆਪਣੇ ਇਸ ਤਜਰਬੇ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਕੀ ਤੁਸੀਂ ਫੁੱਲ ਬੂਟੇ ਲਗਾਏ ਹਨ? ਪ੍ਰੈਕਟੀਕਲੀ ਦੱਸਣਾ ਹੈ। ਇਸ ਤਜਰਬੇ ਨੂੰ, ਆਪਣੇ ਐਕਸਪੀਰੀਅੰਸ ਨੂੰ ਤੁਸੀਂ ਦੱਸਣਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਫੁੱਲ ਬੂਟੇ ਲਾਏ ਹੋਏ ਹਨ। ਇਹ ਤੁਸੀਂ ਆਪਣੇ ਐਕਸਪੀਰੀਅੰਸ ਲਿਖ ਸਕਦੇ ਹੋ। ਦੱਸ ਸਕਦੇ ਹੋ ਕਿ ਮੈਂ ਆਪਣੇ ਘਰ ਦੇ ਪਿਛਲੇ ਪਾਸੇ ਜਾਂ ਅੱਗੇ ਛੱਡੀ ਹੋਈ ਜਗ੍ਹਾ ਵਿੱਚ ਸਬਜ਼ੀਆਂ ਦੇ ਫੁੱਲ ਬੂਟੇ ਲਾਏ ਹੋਏ ਹਨ। ਤਰ੍ਹਾਂ ਤਰ੍ਹਾਂ ਦੇ ਫਲਾਂ ਦੇ ਬੂਟੇ ਲਾਏ ਹੋਏ ਹਨ। ਸਜਾਵਟੀ ਫੁੱਲ ਦੇ ਪੌਦੇ ਲਗਾਏ ਹੋਏ ਹਨ। ਮੈਂ ਹਰ ਰੋਜ਼ ਸਵੇਰੇ ਸ਼ਾਮ ਇਹਨਾਂ ਫੁੱਲ ਬੂਟਿਆਂ ਕੋਲ ਜਾਂਦੀ ਹਾਂ ਅਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਦੀ ਹਾਂ। ਸ਼ਾਮ ਨੂੰ ਵੀ ਇਹਨਾਂ ਨੂੰ ਪਾਣੀ ਦਿੰਦੀ ਹਾਂ। ਇਹ ਫੁੱਲ ਬੂਟੇ ਮੇਰੇ ਘਰ ਦੀ ਸ਼ਾਨ ਹਨ। ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ। ਤੀਸਰਾ ਪ੍ਰਸ਼ਨ ਹੈ, ਕਹਾਣੀ ਨੂੰ ਪੜ੍ਹ ਕੇ ਵੰਦਨਾ ਅਤੇ ਅਰਚਨਾ ਦੀ ਫੁੱਲ ਬੂਟਿਆਂ ਨਾਲ ਗੁਜ਼ਰਦੀ ਜ਼ਿੰਦਗੀ ਬਾਰੇ ਇੱਕ ਪ੍ਰੋਜੈਕਟ ਤਿਆਰ ਕਰੋ। ਇਹ ਕੁਐਸਚਨ ਲਿਖਣਾ ਨਹੀਂ ਹੈ, ਬੇਟਾ ਐਕਟੀਵਿਟੀ ਲਈ ਹੈ। ਇਹਨਾਂ 'ਤੇ ਇੱਕ ਐਕਟੀਵਿਟੀ ਕਰਵਾਈ ਜਾਏਗੀ ਜੋ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਕਿਸ ਤਰ੍ਹਾਂ ਪ੍ਰੋਜੈਕਟ ਬਣਾਉਣਾ ਹੈ, ਸ਼ੀਟ 'ਤੇ ਬਣਾਉਣਾ ਹੈ, ਕਿਸ ਤਰ੍ਹਾਂ ਬਣਾਉਣਾ ਹੈ। ਠੀਕ ਹੈ ਬੇਟਾ। ਕੁਐਸਚਨ ਨੰਬਰ 4, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕੁਦਰਤ ਮਨੁੱਖਾਂ ਵਿਚਕਾਰ ਨਫ਼ਰਤ ਘੱਟ ਕਰਨ ਵਿੱਚ ਸਹਾਈ ਹੁੰਦੀ ਹੈ? ਇਸ ਬਾਰੇ ਆਪਣੇ ਵਿਚਾਰ ਲਿਖੋ। ਤੁਸੀਂ ਆਪਣੇ ਵਿਚਾਰ ਦੱਸੋ ਇਸ ਬਾਰੇ ਕਿ ਕੁਦਰਤ ਜਿਹੜੀ ਹੈ, ਨੇਚਰ ਹੈ, ਮਨੁੱਖਾਂ ਵਿਚਕਾਰ ਨਫ਼ਰਤ ਘੱਟ ਕਰਨ ਵਿੱਚ ਸਹਾਇਕ ਹੈ। ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇਣੇ ਹਨ। ਇਹਦੇ 'ਚ ਤੁਸੀਂ ਲਿਖ ਸਕਦੇ ਹੋ, ਹਾਂ, ਕੁਦਰਤ ਦਾ ਜਿਹੜਾ ਸੋਹਣਾ ਵਾਤਾਵਰਨ ਹੈ ਮਨੁੱਖਾਂ ਦੇ ਮਨੋਵਿਗਿਆਨ ਨੂੰ ਸੰਭਾਲ ਕੇ ਰੱਖਦਾ ਹੈ। ਤਾਂ ਹੀ ਉਹਨਾਂ ਦੀਆਂ ਆਪਸੀ ਦੂਰੀਆਂ ਘੱਟਦੀਆਂ ਹਨ। ਵਾਤਾਵਰਨ ਨੂੰ ਸੋਹਣਾ ਰੱਖਣ ਵਿੱਚ ਫੁੱਲ ਬੂਟੇ ਅਤੇ ਦਰੱਖਤ ਆਪਣਾ ਯੋਗਦਾਨ ਪਾਉਂਦੇ ਹਨ। ਇਸ ਨਾਲ ਮਨੁੱਖਾਂ ਵਿੱਚ ਆਪਸੀ ਮੇਲ ਮਿਲਾਪ ਵੀ ਵੱਧਦਾ ਹੈ। ਪਰ ਅੱਜ ਮਨੁੱਖ ਕੀ ਹੈ, ਵਧੇਰੇ ਪਦਾਰਥਵਾਦੀ ਹੋਣ ਕਰਕੇ ਦਰੱਖਤਾਂ ਦੀ ਕਟਾਈ ਕਰੀ ਜਾ ਰਿਹਾ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਜਦਕਿ ਕੁਦਰਤ ਜਿਹੜੀ ਹੈ ਉਹ ਮਿਲ ਜੁਲ ਕੇ ਰਹਿਣਾ ਸਿਖਾਉਂਦੀ ਹੈ। ਕੁਦਰਤ ਭੇਦਭਾਵ ਨਹੀਂ ਕਰਦੀ। ਰੁੱਖ ਜਾਂ ਪੇੜ ਪੌਦੇ ਕੋਈ ਭੇਦਭਾਵ ਨਹੀਂ ਕਰਦੇ। ਸਾਰਿਆਂ ਲਈ ਉਹਨਾਂ ਦੀ ਛਾਂ ਸਾਂਝੀ ਹੈ, ਸੂਰਜ ਦੀ ਧੁੱਪ ਸਾਂਝੀ ਹੈ। ਜੇ ਕਦੇ ਮੁਸੀਬਤ ਆ ਜਾਂਦੀ ਹੈ, ਬਾੜ ਤੂਫਾਨ, ਤਾਂ ਕੁਦਰਤ ਕੀ ਸਿਖਾਉਂਦੀ ਹੈ ਕਿ ਇਕੱਠੇ ਹੋ ਕੇ ਅਸੀਂ ਰਹੀਏ ਔਰ ਉਸ ਆਪਦਾ ਦਾ ਸਾਹਮਣਾ ਕਰੀਏ। ਸੋ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਮਨੁੱਖਾਂ ਵਿੱਚ ਨਫ਼ਰਤ ਘੱਟ ਕਰਨ ਵਿੱਚ ਸਹਾਈ ਹੈ। ਅਗਲਾ ਪ੍ਰਸ਼ਨ ਹੈ, ਸ਼ਹਿਰਾਂ ਵਿੱਚ ਫੁੱਲ ਬੂਟਿਆਂ ਲਈ ਥਾਂ ਦੀ ਘਾਟ ਹੁੰਦੀ ਜਾ ਰਹੀ ਹੈ। ਇਹਨਾਂ ਦੇ ਪਾਲਣ ਪੋਸ਼ਣ ਨੂੰ ਉਤਸ਼ਾਹ ਕਰਨ ਲਈ ਆਪਣੇ
ਸੁਝਾਅ ਦਿਓ। ਬਈ ਇਹਦੇ 'ਚ ਤੁਸੀਂ ਦੱਸਣਾ ਕਿ ਸ਼ਹਿਰਾਂ ਵਿੱਚ ਕਿਉਂ ਫੁੱਲ ਪੌਦੇ ਜਿਹੜੇ ਹੈ ਘੱਟਦੇ ਜਾ ਰਹੇ ਹੈ ਦਿਨੋਂ ਦਿਨ, ਕਿਉਂ ਘੱਟਦੇ ਜਾ ਰਹੇ ਹੈ। ਤੁਸੀਂ ਲਿਖ ਸਕਦੇ ਹੋ ਕਿ ਮਨੁੱਖ ਆਪਣੇ ਰਹਿਣ ਲਈ ਵੱਡੇ ਵੱਡੇ ਮਕਾਨ, ਫਲੈਟ, ਕੋਠੀਆਂ ਬਣਾਈ ਜਾ ਰਿਹਾ ਹੈ, ਜਿਸ ਕਾਰਨ ਦਰੱਖਤਾਂ ਅਤੇ ਫੁੱਲ ਬੂਟਿਆਂ ਨੂੰ ਲਗਾਉਣ ਦੀ ਥਾਂ ਘੱਟਦੀ ਜਾ ਰਹੀ ਹੈ। ਪਰ ਇਹਨਾਂ ਦਾ ਪਾਲਣ ਪੋਸ਼ਣ ਵੀ ਬਹੁਤ ਜ਼ਰੂਰੀ ਹੈ। ਇਹਦੇ ਲਈ ਸੁਝਾਅ ਦੇ ਸਕਦੇ ਹਾਂ ਕਿ ਜਿੰਨੇ ਦਰੱਖਤ ਮਕਾਨ ਬਣਾਉਣ ਲਈ ਵੱਢੇ ਜਾਣ, ਓਨੇ ਹੀ ਨਵੇਂ ਲਗਾਏ ਜਾਣ। ਪਾਰਕ ਬਣਾ ਕੇ ਪੌਦੇ ਲਗਾਏ ਜਾਣ, ਪੌਦਿਆਂ ਦੀ ਸੰਭਾਲ ਕੀਤੀ ਜਾਵੇ, ਮਾਲੀ ਰੱਖੇ ਜਾਣ, ਤਾਂ ਕਿ ਠੀਕ ਢੰਗ ਨਾਲ ਪੌਦਿਆਂ ਦਾ ਪਾਲਣ ਪੋਸ਼ਣ ਹੋ ਸਕੇ, ਉਹਨਾਂ ਦੀ ਸੰਖਿਆ ਨਾ ਘਟੇ। ਘਰਾਂ ਵਿੱਚ ਅਤੇ ਛੱਤਾਂ 'ਤੇ ਜ਼ਰੂਰ ਹਰ ਇੱਕ ਨੂੰ ਗਮਲਿਆਂ ਵਿੱਚ ਫੁੱਲ ਪੌਦੇ ਲਾਉਣੇ ਚਾਹੀਦੇ ਹਨ। ਸੜਕਾਂ ਦੇ ਕਿਨਾਰਿਆਂ 'ਤੇ ਰੁੱਖ ਲਾਉਣੇ ਬਹੁਤ ਜ਼ਰੂਰੀ ਹਨ। ਇਸ ਨਾਲ ਵਾਤਾਵਰਨ ਸ਼ੁੱਧ ਹੋਏਗਾ। ਸੜਕ 'ਤੇ ਚੱਲਣ ਵਾਲਿਆਂ ਨੂੰ ਧੁੱਪ ਵੀ ਨਹੀਂ ਸਹਿਣੀ ਪਏਗੀ। ਘਰਾਂ ਦੇ ਨਾਲ ਨਾਲ ਸਰਕਾਰੀ ਇਮਾਰਤਾਂ, ਹਸਪਤਾਲਾਂ, ਸਕੂਲਾਂ ਵਿੱਚ ਵੀ ਬੂਟੇ ਲਾਉਣੇ ਚਾਹੀਦੇ ਹਨ। ਇਸ ਸੰਬੰਧੀ ਰੈਲੀਆਂ ਅਤੇ ਸੈਮੀਨਾਰਾਂ ਦਾ ਆਯੋਜਨ ਵੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ। ਬੇਟਾ ਅਗਲਾ ਪ੍ਰਸ਼ਨ ਵਿਆਕਰਣ ਬਾਰੇ ਹੈ। ਹੇਠ ਲਿਖੇ ਨਿਰਦੇਸ਼ਾਂ ਅਨੁਸਾਰ ਉੱਤਰ ਦਿਓ। ਕਹਾਣੀ ਵਿੱਚ ਹਾਏ ਹਾਏ, ਹਾਏ ਅਤੇ ਵਾਹ ਵਾਹ ਵਰਗੇ ਵਿਸਮਿਕ ਸ਼ਬਦ ਵਰਤੇ ਗਏ ਹਨ। ਇਹੋ ਜਿਹੇ ਹੋਰ ਵਿਸਮਿਕ ਸ਼ਬਦਾਂ ਦੀ ਸੂਚੀ ਬਣਾਓ। ਵਿਸਮਿਕ ਸ਼ਬਦ ਕਿਹੜੇ ਹੁੰਦੇ ਆ? ਜਿਹੜੇ ਖੁਸ਼ੀ, ਗਮੀ, ਹੈਰਾਨੀ, ਦੁੱਖ ਦੇ ਭਾਵ ਨੂੰ ਪ੍ਰਗਟ ਕਰਦੇ ਹੈ। ਇਹਦੇ ਵਿੱਚ ਵਿਸਮਿਕ ਸ਼ਬਦ ਤੁਸੀਂ ਲਿਖ ਸਕਦੇ ਹੋ ਸ਼ਾਬਾਸ਼, ਬੱਲੇ ਬੱਲੇ, ਹੈ, ਅਫਸੋਸ, ਖੁਸ਼ ਰਹੋ, ਜਵਾਨੀਆਂ ਮਾਣੋ, ਦੁਰ ਫਿੱਟੇ ਮੂੰਹ, ਅੱਛਾ, ਉਈ, ਵਾਹ ਬਈ ਵਾਹ, ਇਸ ਤਰ੍ਹਾਂ ਦੇ ਸ਼ਬਦ ਲਿਖ ਸਕਦੇ ਹੋ। ਇਹਦਾ ਅਗਲਾ ਪ੍ਰਸ਼ਨ ਹੈ। ਹੇਠ ਲਿਖੇ ਵਿਸਮਿਕ ਵਾਕ ਦੀ ਕਿਸਮ ਦੱਸੋ। ਸੁਣੋ ਜੀ, ਇਹਨਾਂ ਪੌਦਿਆਂ ਦੀ ਵੀ ਪੁਕਾਰ ਸੁਣੋ। ਇਹ ਕਿਹੜੀ ਕਿਸਮ ਦੇ ਹੈ? ਸੂਚਨਾਵਾਚਕ ਵਿਸਮਿਕ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ। ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਕਿਹੜਾ ਹੈ? ਨਵੀਂ, ਟੈਂਕੀ, ਉੱਚੀ ਉੱਚੀ, 1000 ਲੀਟਰ, ਕਾਫੀ ਚਿਰ। ਇਹਦੇ 'ਚੋਂ ਸਹੀ ਸਮਾਸੀ ਸ਼ਬਦ ਹੈ ਉੱਚੀ ਉੱਚੀ। ਇਸ ਤੋਂ ਬਾਅਦ ਹੈ ਕਹਾਣੀ ਵਿੱਚੋਂ ਸਮਾਸੀ ਸ਼ਬਦਾਂ ਨੂੰ ਲੱਭ ਕੇ ਉਹਨਾਂ ਦੇ ਵਾਕ ਬਣਾਓ। ਵਾਕ ਵੀ ਬਣਾਉਣੇ ਆ, ਸਮਾਸੀ ਸ਼ਬਦ ਵੀ ਲੱਭਣੇ ਆ। ਜਿਵੇਂ ਇੱਕਾ ਦੁੱਕਾ, ਅਸਮਾਨ 'ਤੇ ਇੱਕਾ ਦੁੱਕਾ ਬੱਦਲ ਦਿਸ ਰਹੇ ਸਨ। ਫਿਰ ਹੋਰ ਸਮਾਸੀ ਸ਼ਬਦ ਆਇਆ ਹੈ ਫੁੱਲ ਬੂਟੇ, ਅਰਚਨਾ ਦੇ ਫੁੱਲ ਬੂਟੇ ਕੁਮਲਾ ਰਹੇ ਸਨ। ਫਿਰ ਸ਼ਬਦ ਹੈ ਸਮਾਸੀ ਸ਼ਬਦ ਆਂਢ ਗੁਆਂਢ, ਸਾਨੂੰ ਆਂਢ ਗੁਆਂਢ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਘੁੰਮਣ ਫਿਰਨ, ਮੇਰੀ ਗੁਆਂਢਣ ਘੁੰਮਣ ਫਿਰਨ ਦੀ ਸ਼ੌਕੀਨ ਹੈ। ਹਰਾ ਭਰਾ, ਹਰਾ ਭਰਾ ਆਲਾ ਦੁਆਲਾ ਮਨ ਮੋਹ ਲੈਂਦਾ ਹੈ। ਇਸ ਤਰ੍ਹਾਂ ਤੁਸੀਂ ਹੋਰ ਸਮਾਸੀ ਸ਼ਬਦ ਵੀ ਲਿਖ ਸਕਦੇ ਹੋ ਅਤੇ ਵਾਕ ਬਣਾ ਸਕਦੇ ਹੋ। ਇਸ ਤੋਂ ਅਗਲਾ ਪ੍ਰਸ਼ਨ ਹੈ। ਹੇਠ ਲਿਖੇ ਅਖਾਣਾਂ ਨੂੰ ਪੂਰਾ ਕਰੋ। ਜਿਸ ਤਨ ਡੈਸ਼ ਸੋ ਤਨ ਜਾਣੇ। ਇਹ ਚਾਹੇਗਾ ਜਿਸ ਤਨ ਲਾਗੇ ਸੋ ਤਨ ਜਾਣੇ। ਦੂਸਰਾ ਹੈ ਛੱਜ ਤਾਂ ਬੋਲੇ ਡੈਸ਼ ਵੀ ਬੋਲੇ। ਛੱਜ ਤਾਂ ਬੋਲੇ ਛਾਨਣੀ ਵੀ ਬੋਲੇ। ਇਹ 'ਚ ਕੀ ਆਏਗਾ? ਛਾਨਣੀ। ਤੀਸਰਾ ਹੈ ਕਿਸੇ ਗੱਲ ਨੂੰ ਹੋਰ ਵਧਾਉਣ ਤੋਂ ਰੋਕਣ ਲਈ ਕਿਹੜੇ ਅਖਾਣ ਦੀ ਵਰਤੋਂ ਹੁੰਦੀ ਹੈ? 4 ਆਪਸ਼ਨ ਦਿੱਤੇ ਹੋਏ ਹੈ। ਖੰਭਾਂ ਦੀ ਡਾਰ ਬਣਦੀ ਹੈ, ਗਿੱਲਾ ਪੀਣ ਨਹੀਂ ਪਾਈਦਾ, ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ, ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਵੇ। ਇਹਨਾਂ 'ਚੋਂ ਇਹ ਆਪਸ਼ਨ ਆਏਗਾ ਗਿੱਲਾ ਪੀਣ ਨਹੀਂ ਪਾਈਦਾ। ਮਤਲਬ ਕਿਸੇ ਗੱਲ ਨੂੰ ਹੋਰ ਵਧਾਉਣ ਤੋਂ ਰੋਕਣ ਲਈ ਇਹ ਅਖਾਣ ਸਹੀ ਹੈ, ਗਿੱਲਾ ਪੀਣ ਨਹੀਂ ਪਾਈਦਾ। ਅਗਲਾ ਜਿਹੜਾ ਪ੍ਰਸ਼ਨ ਹੈ ਉਹ ਅਗੇਤਰ ਪਿਛੇਤਰ ਨਾਲ ਸੰਬੰਧਿਤ ਹੈ। ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ। ਸਭ ਅਗੇਤਰ ਦਾ ਸਹੀ ਸ਼ਬਦ ਚੁਣੋ। ਸਬਜੈਕਟ, ਸ਼ਬਦਾਵਲੀ, ਸਬ ਇੰਸਪੈਕਟਰ, ਸਭ ਬੱਦਲ।
सब इंस्पैक्टर सही है। सेकंड है गैर अगेतर वाला सही शब्द चुनो। ਇਹਦੇ 'ਚ शब्द हैं गैर सरकारी, गैर चौराहा, गैरत, गैराज। गैर सरकारी सही है। ताई पिछेतर का सही शब्द चुनो। सख्ताई, शर्माई, मूर्खताई, सिक्ख्याताई। तीनों ऑप्शन सही नहीं है। सख प्लस ताई भी नहीं सही बनता, शर्म प्लस ताई भी सही नहीं बनता। ये चो सही ऑप्शन है मूर्ख ताई। अगला है आलू पिछेतर वाला सही शब्द चुनो। आलू पिछेतर वाला सही शब्द है दयालु। ये तीन होर ऑप्शन है वो गलत है। चालू, जादूगर आलू, भुख डालू। सही ऑप्शन किहड़ा है दयालु। धन्नवाद बेटा। एक्सरसाइज ध्यान नाल करना और ये क्वेश्चन फेयर नोटबुक ते लिख लेना।